बहुत ही सत्कारयोग ईटीटी टैट पास अध्यापक पहला गज के बुलाओ फतेह। वाहिगुरू जी का खालसा, श्री वाहिगुरू जी की फतेह। साथियों, बाकी सालों की तरह नवा साल एक होर नवा साल अपना उदय हो गया सारिਆਂ ਦੀ। ਤੇ बाकी सालों की तरह ਜਿਹੜਾ 2020 ਆ ਉਹ ਵੀ ਬੇਰੁਜ਼ਗਾਰੀ ਦੇ ਵਿੱਚ ਹੀ ਲੰਘਿਆ ਸਾਥੀਓ। ਤੇ ਆਸ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਤੁਹਾਡੇ ਲੜਨ ਦੇ ਜਜ਼ਬੇ ਨਾਲ ਇਸ ਸਾਲ ਦੇ ਵਿੱਚ ਸਾਰੇ ਸਾਥੀ ਨੌਕਰੀ ਤੇ ਲੱਗ ਕੇ ਤੇ ਨਵਾਂ ਸਾਲ ਦੁਬਾਰਾ ਆਪਾਂ ਮਨਾਵਾਂਗੇ ਜਦੋਂ ਆਪਣੇ ਸਾਰੇ ਸਾਥੀ ਜੌਬ ਤੇ ਹੋਏ। ਸਾਥੀਓ, ਲੜਾਈ ਆਪਣੀ ਵੀ ਕਿਸਾਨੀ ਸੰਘਰਸ਼ ਦੀ ਤਰ੍ਹਾਂ ਲੰਮੀ ਆ। ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੇ ਵਿੱਚ ਜੂਝ ਰਹੇ ਆ, ਆਪਾਂ ਨੂੰ ਵੀ ਉਸੇ ਤਰ੍ਹਾਂ ਜੂਝਣਾ ਪੈਣਾ। ਮੈਂ ਅੱਗੇ ਵੀ ਬੇਨਤੀ ਕੀਤੀ ਆ ਕਿ ਘਰਾਂ ਚੋਂ ਨਿਕਲਣਾ ਪੈਣਾ। ਕਿਸਾਨ ਸੰਘਰਸ਼ ਦੀ ਸੇਧ ਲੈ ਕੇ ਕਿਤੇ ਨਾ ਕਿਤੇ ਜੋ ਉਹਨਾਂ ਨੇ ਆਪਣਾ ਏਕਾ ਵਿਖਾਇਆ, ਆਪਾਂ ਨੂੰ ਹੁਣ ਉਸ ਏਕੇ ਨੂੰ ਆਪਾਂ ਨੂੰ ਵੀ ਵਿਖਾਉਣ ਦੀ ਲੋੜ ਆ ਤੇ ਉਸ ਸੰਘਰਸ਼ ਤੋਂ ਆਪਾਂ ਨੂੰ ਸੇਧ ਲੈਣੀ ਪੈਣੀ ਆ। ਇੱਥੇ ਕਿਸੇ ਨੇ ਬੜਾ ਖੂਬ ਲਿਖਿਆ कि निकलो बाहर मकानों से, जंग है हमारी बेईमानों से। साथियों, ਜਿਹੜੀ ਆਪਣੀ ਲੜਾਈ ਆ ਉਹ ਬੇਈਮਾਨਾਂ ਦੇ ਟੋਲੇ ਨਾਲ ਆ, ਜਿਹੜਾ ਕਿਤੇ ਨਾ ਕਿਤੇ ਆਪਣੇ ਹੱਕ ਨੂੰ ਮਾਰ ਕੇ ਆਪਣਾ ਹੱਕ ਕਿਸੇ ਹੋਰ ਨੂੰ ਦੇਣ ਜਾ ਰਿਹਾ। ਦੂਜੀਆਂ ਸਟੇਟਾਂ ਦਾ ਹਵਾਲਾ ਦਿੱਤਾ ਗਿਆ, ਉਹਨਾਂ ਨਾਲ ਜੋ ਗੱਲਬਾਤ ਹੋਈ ਆ, ਪਰ ਉਹਨਾਂ ਨੂੰ ਉਹ ਆਧਾਰ ਨਹੀਂ ਮੰਨਦੇ। NCT ਦੀ ਗਾਈਡਲਾਈਨ ਨੂੰ ਤੋੜ ਮਰੋੜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਤੇ ਜਿੰਦੇ ਲਈ ਆਪਾਂ ਨੂੰ ਲੰਮੀ ਲੜਾਈ ਵੀ ਲੜਨੀ ਪੈ ਸਕਦੀ ਆ ਤੇ ਜਿੰਦੇ ਲਈ ਘਰਾਂ ਚੋਂ ਬਾਹਰ ਵੀ ਨਿਕਲਣਾ ਪੈਣਾ। ਸਾਥੀਓ, ਲੜਾਈ ਆਪਣੀ ਉਸ ਧਿਰ ਨਾਲ ਆ ਜਿਹੜੀ ਧਿਰ ਨੂੰ ਆਪਣੇ ਦੁਆਰਾ ਵੋਟਾਂ 'ਚ ਚੁਣ ਕੇ ਤੇ ਅੱਗੇ ਲਿਆਂਦਾ ਗਿਆ। ਆਪਣੀਆਂ ਗਲਤੀਆਂ ਦਾ ਨਤੀਜਾ ਹੀ ਆ ਕਿ ਜਿਹੜੀ ਸਰਕਾਰ ਨੂੰ ਅਸੀਂ ਚੁਣ ਕੇ ਲਿਆਂਦਾ ਉਹ ਅੱਜ ਉਹਦੇ ਤੱਕ ਆਪਣੇ ਹੱਕਾਂ ਦੀ ਆਵਾਜ਼ ਪਹੁੰਚਾਉਣ ਲਈ ਆਪਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਆ। ਉਹਦੇ ਵੰਡੇ ਆਪਾਂ ਨੂੰ ਡਾਂਗਾਂ ਪਰਚੇ ਉਹ ਮਿਲ ਰਹੇ ਆ ਤੇ ਪਰ ਸਾਥੀਓ, ਇਹਨਾਂ ਡਾਂਗਾਂ ਤੋਂ ਇਹਨਾਂ ਪਰਚਿਆਂ ਤੋਂ ਨਮੋਸ਼ ਹੋਣ ਦੀ ਲੋੜ ਨਹੀਂ ਹੈਗੀ। ਕਿਉਂਕਿ ਜਦੋਂ ਆਪਾਂ ਕੋਈ ਵੀ ਮੁਕਾਮ ਹਾਸਲ ਕਰਨਾ, ਕੁਛ ਵੀ ਆਪਾਂ ਪ੍ਰਾਪਤ ਕਰਨਾ, ਉਹਦੇ ਲਈ ਬੜੀਆਂ ਔਕੜਾਂ ਹੁੰਦੀਆਂ ਨੇ। ਜਿਹੜੇ 6505 'ਚ ਸਾਥੀ ਲੱਗੇ ਆ, ਚਾਹੇ ਉਸ ਤੋਂ ਪਹਿਲਾਂ ਜਿਹੜੀਆਂ ਭਰਤੀਆਂ ਹੋਈਆਂ, ਅੱਜ ਆਪਾਂ ਨੂੰ ਲੱਗਦਾ ਕਿ ਉਹ ਬੜਾ ਵਧੀਆ ਜੀਵਨ ਬਤੀਤ ਕਰ ਰਹੇ ਆ, ਪਰ ਉਹਨਾਂ ਦੇ ਮਗਰਲਾ ਜੋ ਇਤਿਹਾਸ ਆ, ਜੇ ਆਪਾਂ ਉਹ ਫਰੋਲੀਏ ਨਾ, ਉਹ ਆਪਣੇ ਨਾਲੋਂ ਕਿਤੇ ਕਰੜਾ ਸੀਗਾ। ਲੋੜ ਹੁੰਦੀ ਆ ਸਮੇਂ ਤੇ ਸੰਘਰਸ਼ ਦੀ ਰੂਪ ਰੇਖਾ ਬਦਲਣੀ ਤੇ ਸੰਘਰਸ਼ ਨੂੰ ਕਿੱਦਾਂ ਕਰਨਾ। ਜੇ ਆਪਾਂ ਆਪਣੇ ਹੱਕਾਂ ਪ੍ਰਤੀ ਹੁਣ ਜਾਗਰੂਕ ਹੈਗੇ ਆ ਤੇ ਉਹਨਾਂ ਹੱਕਾਂ ਨੂੰ ਪ੍ਰਾਪਤ ਕਿਵੇਂ ਕਰਨਾ, ਉਹਦੀ ਵੀ ਆਪਾਂ ਨੂੰ ਬੜੀ ਲੋੜ ਆ। ਜਿਹੜਾ ਆਪਾਂ 3 ਤਰੀਕ ਨੂੰ ਪਟਿਆਲੇ ਵੱਲ ਕਾਫਲੇ ਚੱਲਣ ਦਾ ਐਲਾਨ ਕਰਿਆ, ਉਹ ਕਾਫਲੇ ਸਾਥੀਓ ਇੱਦਾਂ ਦੇ ਹੋਣੇ ਚਾਹੀਦੇ ਕਿ ਉਹ ਕਾਫਲੇ ਦੇ ਰੂਪ ਵਿੱਚ ਹੀ ਰਹਿਣ। ਉਹ ਇੱਕ ਦਿਨ ਦਾ ਕਾਫਲਾ ਤੇ ਅਗਲੇ ਦਿਨ ਉਹਦੀ ਗਿਣਤੀ ਘਟੇ ਨਾ, ਕਿਉਂਕਿ ਕਿਤੇ ਨਾ ਕਿਤੇ ਅੱਗੇ ਵੀ ਆਪਾਂ ਸੰਘਰਸ਼ਾਂ 'ਚ ਵਿਧੇ ਰਹੇ ਹਾਂ। ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਤੋਂ ਚੰਗੀ ਤਰ੍ਹਾਂ ਪਤਾ ਕਿ ਪਹਿਲੇ ਦਿਨ ਜੋ ਗਿਣਤੀ ਹੁੰਦੀ ਆ ਉਹ ਸ਼ਾਮ ਨੂੰ ਉਸ ਗਿਣਤੀ 'ਚ ਘਾਟ ਹੁੰਦੀ ਆ।
ਕਿ ਸਾਥੀ ਕੁਛ ਛੁੱਟੀ ਦਾ ਲਾਇਆ ਲੈਂਦੇ ਆ। ਸਾਥੀਓ, ਆਪਾਂ ਬੇਰੁਜ਼ਗਾਰ ਆ, ਆਪਾਂ ਨੂੰ ਛੁੱਟੀ ਚਾਹੇ ਨਹੀਂ ਛੁੱਟੀ ਨਾਲ ਕੋਈ ਮਤਲਬ ਹੀ ਨਹੀਂ ਹੈਗਾ। ਆਪਾਂ ਘਰੋਂ ਨਿਕਲਣਾ ਆਪਣੀ ਲੜਾਈ ਵਾਸਤੇ। ਉਹ ਲੜਾਈ ਕਿੰਨੀ ਲੰਮੀ ਚੱਲਣੀ ਆ ਇਹ ਆਪਾਂ ਨੂੰ ਵੀ ਨਹੀਂ ਪਤਾ। ਉਹ ਲੜਾਈ 10 ਦਿਨ ਦੀ ਵੀ ਹੋ ਸਕਦੀ, 10 ਮਹੀਨੇ ਦੀ ਵੀ ਹੋ ਸਕਦੀ ਹੈ। ਤੇ ਸਾਥੀਓ, ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਸੰਘਰਸ਼ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਕਰਦੇ, ਆਪਾਂ ਕਿਸੇ ਹੋਰ ਵੱਲ ਵੇਖਦੇ ਹਾਂ ਕਿ ਉਹ ਨਹੀਂ ਜਾ ਰਿਹਾ ਮੈਂ ਨਹੀਂ ਜਾਊਂਗਾ ਤੇ ਕੋਈ ਫਰਕ ਨਹੀਂ ਪੈਂਦਾ। ਤਾਂ ਸਾਥੀਓ, ਜੰਗਲ 'ਚ ਅੱਗ ਲੱਗੀ ਸੀ ਤੇ ਇੱਕ ਚਿੜੀ ਚੁੰਝ ਭਰ ਕੇ ਪਾਣੀ ਦੀ ਲਿਆ ਕੇ ਪਾ ਰਹੀ ਸੀ। ਤਾਂ ਉਹਨੂੰ ਦੂਜਿਆਂ ਨੇ ਕਿਹਾ ਕਿ ਤੂੰ ਪਾਗਲ ਹੈ, ਤੇਰੀ ਇੱਕ ਚੁੰਝ ਨਾਲ ਅੱਗ ਬੁਝ ਜਾਏਗੀ। ਤਾਂ ਉਹਨੇ ਅੱਗੋਂ ਇਹ ਜਵਾਬ ਦਿੱਤਾ ਸੀ ਕਿ ਮੈਨੂੰ ਪਤਾ ਮੇਰੀ ਚੁੰਝ ਜਿਹੜਾ ਪਾਣੀ ਲੈ ਕੇ ਆਉਂਦੀ ਹੈ ਉਹਦੇ ਨਾਲ ਅੱਗ ਨਹੀਂ ਬੁਝਣੀ, ਪਰ ਮੈਂ ਮੇਰੇ ਨਾਲ ਕਿ ਜਿਹੜੀਆਂ ਹੋਰ ਚੁੰਝਾਂ ਪਾਣੀ ਭਰ ਕੇ ਲਿਆਉਣਗੀਆਂ ਮੈਂ ਉਹਨਾਂ ਦੀ ਵੇਟ ਕਰ ਰਹੀ ਹਾਂ। ਤਾਂ ਉਦੋਂ ਬਾਅਦ ਸਾਰਿਆਂ ਨੇ ਹੌਸਲਾ ਕੀਤਾ, ਸਾਰਿਆਂ ਨੇ ਚੁੰਝਾਂ ਭਰ ਕੇ ਪਾਣੀ ਪਾਇਆ ਤੇ ਕਿਤੇ ਨਾ ਕਿਤੇ ਉਹ ਜੰਗਲ ਦੀ ਅੱਗ ਬੁਝ ਗਈ ਸੀ। ਤੇ ਸਾਥੀਓ, ਇਹੋ ਜਿਹਾ ਜਜ਼ਬਾ ਆਪਾਂ ਨੂੰ ਵੀ ਰੱਖਣਾ ਪਊਗਾ। ਇਹੋ ਜਿਹਾ ਜਜ਼ਬਾ ਰੱਖ ਕੇ ਕਿ ਇਕੱਲੇ ਇਕੱਲੇ ਨਾਲ ਕਾਫਲੇ ਬਣਨਗੇ ਤੇ ਆਪਾਂ ਨੂੰ ਕਾਫਲੇ ਬਣਾਉਣੇ ਪੈਣਗੇ। ਰਹੀ ਗੱਲ ਦੂਜੇ ਪਾਸੇ ਠੰਡ ਦੀ ਤੇ ਮੌਸਮ ਖਰਾਬ ਦੀ, ਸਾਥੀਓ, ਜੇ ਤੁਹਾਨੂੰ ਲੱਗੇ ਤੇ ਉੱਥੇ ਮੀਂਹ ਪਊਗਾ ਆਪਣਾ ਔਖਾ ਹੋ ਜਾਊਗਾ, ਆਪਾਂ ਤਾਂ ਨਹੀਂ ਜਾਣਾ, ਚਾਹੇ ਠੰਡ ਬਹੁਤ ਆ। ਸਾਥੀਓ, ਜਦੋਂ ਮੀਂਹ ਦਾ ਖਿਆਲ ਆਵੇ ਨਾ ਉਦੋਂ ਮਾਛੀਵਾੜੇ ਦੇ ਜੰਗਲਾਂ ਨੂੰ ਯਾਦ ਕਰ ਲੈਣਾ, ਸਰਸਾ ਨਦੀ ਨੂੰ ਯਾਦ ਕਰ ਲੈਣਾ, ਜਿਹੜੇ ਮੀਂਹ 'ਚ ਛੋਟੇ ਫਰਜ਼ੰਦਾਂ ਨੇ ਆਪਣੇ ਬਾਪ ਤੋਂ ਵਿਛੜਿਆ ਸੀ। ਤੇ ਜਦੋਂ ਤੁਹਾਨੂੰ ਠੰਡ ਯਾਦ ਆਵੇ ਨਾ ਉਦੋਂ ਠੰਡੇ ਬੁਰਜ 'ਚ ਬੈਠੀ ਉਹ ਮਾਤਾ ਗੁਜਰੀ ਤੇ ਛੋਟੇ ਫਰਜ਼ੰਦ ਯਾਦ ਕਰ ਲੈਣਾ ਕਿ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਉਹ ਠੰਡੇ ਬੁਰਜ 'ਚ ਬਿਨਾਂ ਕਿਸੇ ਕੱਪੜੇ ਤੋਂ ਬੈਠੇ ਸੀ। ਸਾਥੀਓ, ਠੰਡ ਮੀਂਹ ਦੀ ਪ੍ਰਵਾਹ ਜਦੋਂ ਛੱਡਾਂਗੇ ਨਾ ਫਿਰ ਹੀ ਜਾ ਕੇ ਆਪਣੀ ਕਿਤੇ ਨਾ ਕਿਤੇ ਜਿੱਤ ਹੋਣੀ ਆ। ਕਿਉਂਕਿ ਉਦਾਹਰਨਾਂ ਉਹਨਾਂ ਦੀਆਂ ਦਿੱਤੀਆਂ ਜਾਂਦੀਆਂ ਜਿਨ੍ਹਾਂ ਦੀਆਂ ਕੌਮਾਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਆਪਦਾ ਵਜੂਦ ਰੱਖਣ ਲਈ ਸੰਘਰਸ਼ ਲੜੇ ਆ। ਆਪਣੀ ਹੋਂਦ ਨੂੰ ਬਚਾ ਕੇ ਰੱਖਣ ਲਈ ਸੰਘਰਸ਼ ਬੜਾ ਜ਼ਰੂਰੀ ਆ। ਕਿਉਂਕਿ ਜਿਹੜੀਆਂ ਕੌਮਾਂ ਸੰਘਰਸ਼ ਕਰਨਾ ਛੱਡ ਦਿੰਦੀਆਂ ਨਾ ਉਹਨਾਂ ਦੀ ਹੋਂਦ ਨੂੰ ਕਿਤੇ ਨਾ ਕਿਤੇ ਖਤਰਾ ਹੋ ਜਾਂਦਾ। ਤੇ ਆਪਣੀ ਅੱਜ ETT ਦੀ ਹੋਂਦ ਨੂੰ ਖਤਰਾ ਹੈ। ਜੇ ਅੱਜ ਆਪਾਂ ਇਹਦੇ ਖਿਲਾਫ ਆਵਾਜ਼ ਨਾ ਉਠਾਈ, ਇਹਦੇ ਖਿਲਾਫ ਆਪਾਂ ਏਕੇ ਦਾ ਸਬੂਤ ਨਾ ਦਿੱਤਾ ਤਾਂ ਸਾਥੀਓ, ਨਾ ਹੁਣ ਤੇ ਨਾ ਆਉਣ ਵਾਲੀਆਂ ਪੋਸਟਾਂ 'ਚ ਆਪਣਾ ਕਿਤੇ ਵੀ ਕੋਈ ਮਸਲਾ ਹੱਲ ਹੋਊਗਾ। ਕਿਉਂਕਿ ਲੜਾਈ ਆਪਣੀ ਆਪਣੀ ਹੋਂਦ ਦੀ ਆ। ਹੋਂਦ ਜੋ ਇੱਕ ਹੋਂਦ ਦੀ ਮੈਂ ਤਾਜ਼ਾ ਉਦਾਹਰਨ ਹੋਰ ਦੇਣਾ ਚਾਹੂੰਗਾ ਕਿ ਜਿਹੜਾ ਕਿਸਾਨਾਂ ਦਾ ਜੋ ਸੰਘਰਸ਼ ਚੱਲ ਰਿਹਾ, ਜਿਹੜਾ ਸੰਘਰਸ਼ ਕਿਸਾਨ ਦਿੱਲੀ ਵਿੱਚ ਆਪਣੇ ਸੰਘਰਸ਼ ਲੜ ਰਹੇ ਆ, ਉਹ ਕਿਤੇ ਨਾ ਕਿਤੇ ਕਿਸਾਨੀ ਦੀ ਹੋਂਦ ਬਚਾਉਣ ਵਾਸਤੇ ਲੜਾਈ ਆ। ਕਿਉਂਕਿ ਜਦੋਂ ਭਾਰਤ ਸਰਕਾਰ, ਮੋਦੀ ਸਰਕਾਰ ਕਹਿ ਲਓ, ਕਿ ਆਪਣੇ ਕਿਸਾਨਾਂ ਦਾ ਹੱਕ ਹੋ ਕੇ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਵਾਸਤੇ ਕਿਸਾਨੀ ਦਾ ਗਲਾ ਘੁੱਟਣ ਦੀ ਕੋਸ਼ਿਸ਼ ਲੱਗੀ ਹੋਈ ਆ, ਤਾਂ ਇੱਕ ਸਾਰੀਆਂ ਜਥੇਬੰਦੀਆਂ ਦਾ ਇਕੱਠੇ ਹੋਣਾ ਤੇ ਉਸ ਲੜਾਈ ਵਿੱਚ ਸਰਕਾਰ ਦੇ ਵਿਰੁੱਧ ਹਾਂ ਦਾ ਨਾਅਰਾ ਮਾਰਨਾ, ਸਰਕਾਰ ਦੇ ਵਿਰੁੱਧ ਮੁਰਦਾਬਾਦ ਦਾ ਨਾਅਰਾ ਮਾਰਨਾ ਬੜਾ ਜ਼ਰੂਰੀ ਸੀ, ਸਮੇਂ ਦੀ ਲੋੜ ਸੀ। ਕਿਉਂਕਿ ਸਮੇਂ ਤੇ ਜੋ ਸੰਘਰਸ਼ ਹੁੰਦੇ ਆ ਉਹ ਸਮੇਂ ਦੀ ਲੋੜ ਹੁੰਦੇ ਆ। ਤੇ ਅੱਜ ਬੇਰੁਜ਼ਗਾਰ ETT ਟੈਟ ਪਾਸ ਯੂਨੀਅਨ ਦਾ ਜੋ ਸੰਘਰਸ਼ ਹੈ ਉਹ ਸਮੇਂ ਦੀ ਲੋੜ ਆ।
ਜੇ ਤੁਸੀਂ ਅੱਜ ਇਸ ਸੰਘਰਸ਼ ਨੂੰ ਅੱਖੋਂ ਪਰੋਖੇ ਕਰਦੇ ਹੋ ਕਿ ਮੇਰੇ ਜਾਣ ਨਾਲ ਜਾਂ ਮੇਰੇ ਨਾ ਜਾਣ ਨਾਲ ਕੋਈ ਫਰਕ ਨਹੀਂ ਪੈਣਾ, ਤੇ ਇਹ ਕਿਤੇ ਨਾ ਕਿਤੇ ਤੁਸੀਂ ਆਪਣੇ ਆਉਣ ਵਾਲੇ ਫਿਊਚਰ ਦੇ ਪੈਰਾਂ ਵਿੱਚ ਕੰਡੇ ਬੀਜ ਰਹੇ ਹੋ। ਕਿਉਂਕਿ ਹੁਣ ਸਰਕਾਰ ਨੂੰ ਆਪਣਾ ਏਕਾ ਵਿਖਾਉਣਾ ਪੈਣਾ, ਸਰਕਾਰ ਨੂੰ ਆਪਣੀ ਯੂਨਿਟੀ ਵਿਖਾਉਣੀ ਪੈਣੀ ਆ। ਤੇ ਸਾਥੀਓ, ਜੇ ਅੱਜ ਆਪਾਂ ਕੋਈ ਸੋਚ ਕੇ ਘਰਾਂ 'ਚੋਂ ਬਾਹਰ ਨਾ ਨਿਕਲੇ ਤੇ ਸ਼ਾਇਦ ਬਾਅਦ 'ਚ ਆਪਣੇ ਜੋ ਆਪਾਂ ਕੰਮ ਕਰਦੇ ਆ ਆਪਣੇ ਲਈ ਉਹੀ ਕੰਮ ਜ਼ਰੂਰੀ ਰਹਿ ਜਾਣਗੇ। ਠੀਕ ਆ ਸਾਥੀ, ਬੇਰੁਜ਼ਗਾਰੀ 'ਚ ਕੋਈ ਨਾ ਕੋਈ ਕਿਤੇ ਨਾ ਕਿਤੇ ਮਾੜੇ ਮੋਟੇ ਕੰਮ ਕਰ ਰਹੇ ਨੇ ਨਾਲ, ਜੋ ਜ਼ਰੂਰੀ ਵੀ ਆ। ਇੱਕ ਪਰਿਵਾਰ ਚਲਾਉਣ ਲਈ ਕੰਮ ਕਰਨਾ ਵੀ ਜ਼ਰੂਰੀ ਆ, ਪਰ ਸਾਥੀਓ ਪਰਿਵਾਰ ਦੇ ਨਾਲ ਨਾਲ ਜੇ ਨੌਕਰੀ ਵੀ ਪ੍ਰਾਪਤ ਕਰਨੀ ਆ ਉਹਦੇ ਲਈ ਸੰਘਰਸ਼ ਵੀ ਬੜਾ ਜ਼ਰੂਰੀ ਆ। ਤੁਸੀਂ ਸਾਰੇ ਟਾਈਮ ਦਿਓਗੇ, ਸੰਘਰਸ਼ ਨੂੰ ਟਾਈਮ ਦਿਓਗੇ, ਤੇ ਕਿਤੇ ਨਾ ਕਿਤੇ ਆਪਣੇ ਸਾਰਿਆਂ ਦੀ ਜਿੱਤ ਆ। ਤੇ ਸਾਥੀਓ ਲੋੜ ਆ ਕਿ ਜਿਹੜਾ 3 ਤਰੀਕ 3 ਜਨਵਰੀ 2021 ਪਟਿਆਲੇ ਮੋਤੀ ਮਹਿਲ ਵੱਲ ਕੂਚ ਕਰਨ ਦਾ ਪ੍ਰੋਗਰਾਮ ਆ। ਸਾਥੀਓ 11-12 ਵਜੇ ਦੇ ਕਰੀਬ ਸਾਰੇ ਸਾਥੀ ਉੱਥੇ ਇਕੱਠੇ ਬਾਰਾਂਦਰੀ ਪਾਰਕ ਵਿੱਚ ਹੀ ਹੋਣਗੇ, ਤੇ ਉੱਥੋਂ ਕਾਫਲੇ ਦੇ ਰੂਪ ਵਿੱਚ ਆਪਾਂ ਮੋਤੀ ਮਹਿਲ ਵੱਲ ਕੂਚ ਕਰਾਂਗੇ। ਕਿਸੇ ਤਰ੍ਹਾਂ ਦਾ ਮਨ 'ਚ ਦਬਾਅ ਜਾਂ ਡਰ ਰੱਖਣ ਦੀ ਲੋੜ ਨਹੀਂ, ਕਿਉਂਕਿ ਆਪਾਂ ਸਾਥੀਓ ਜਿੱਤ ਦੇ ਨੇੜੇ ਆ। ਆਪਾਂ ਕੋਈ ਨਜਾਇਜ਼ ਮੰਗਾਂ ਨਹੀਂ ਸਰਕਾਰ ਕੋਲੋਂ ਮੰਗ ਰਹੇ, ਆਪਣੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਪਰ ਇਹਨਾਂ ਮੰਗਾਂ ਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਆਪਾਂ ਨੂੰ ਸੜਕਾਂ 'ਤੇ ਆਉਣਾ ਪਊਗਾ, ਆਪਾਂ ਨੂੰ ਘਰ ਛੱਡਣੇ ਪੈਣਗੇ, ਠੰਡ ਝੱਲਣੀ ਪਊਗੀ। ਜੇ ਆਪਣੇ ਬਜ਼ੁਰਗਾਂ ਨੇ ਆਪਣੇ ਲਈ ਸੰਘਰਸ਼ ਕਰਿਆ ਤੇ ਅੱਜ ਆਪਾਂ ਇੱਥੇ ਖੜੇ ਆ। ਜੇ ਅੱਜ ਆਪਾਂ ਸੰਘਰਸ਼ ਕਰਾਂਗੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲਾ ਆਪਣਾ ਈਟੀਟੀ ਕੇਡਰ ਉਹ ਆਪਣੀਆਂ ਉਦਾਹਰਨਾਂ ਵੀ ਦਊਗਾ, ਪਰ ਉਹਦੇ ਲਈ ਤੁਹਾਡਾ ਸੰਘਰਸ਼ ਕਰਨਾ ਬੜਾ ਜ਼ਰੂਰੀ ਆ। ਸਾਥੀਓ ਲੋੜ ਹੈ ਨਿਕਲਣ ਦੀ ਘਰਾਂ 'ਚੋਂ। ਬਾਕੀ ਲੋੜ ਸਾਰਿਆਂ ਨੂੰ ਆਪਦੇ ਲਈ ਆ, ਨਾ ਮੈਂ ਕਿਸੇ ਲਈ ਲੜ ਰਿਹਾ ਨਾ ਤੁਸੀਂ ਕਿਸੇ ਲਈ ਲੜਨਾ। ਤੁਹਾਨੂੰ ਸਾਰਿਆਂ ਨੂੰ ਆਪਦੀ ਨੌਕਰੀ ਲਈ ਲੜਨਾ ਪੈਣਾ। ਆਪਾਂ ਨੂੰ ਸੇਧ ਕਿਸੇ ਦੀ ਲੈਣੀ ਪਊਗੀ। ਆਪਣੇ ਕੋਲ ਹੁਣ ਬਹੁਤ ਵਧੀਆ ਸੇਧ ਆ ਕਿਸਾਨੀ ਸੰਘਰਸ਼, ਜੋ ਜਿੱਤ ਦੇ ਬੜਾ ਨੇੜੇ ਆ। ਉਹਨਾਂ ਨੂੰ ਵੀ ਮੈਂ ਅਪੀਲ ਇਹ ਕਰੂੰਗਾ ਕਿ ਜੋ ਕਿਸਾਨੀ ਸੰਘਰਸ਼ ਆ, ਸਾਡੇ ਬਜ਼ੁਰਗ ਆ, ਸਾਡੇ ਭਰਾ ਉੱਥੇ ਲੜ ਰਹੇ ਨੇ, ਉੱਥੋਂ ਲੜਨ ਤੋਂ ਬਾਅਦ ਉੱਥੋਂ ਮੂੰਹ ਇੱਕ ਵਾਰੀ ਪੰਜਾਬ ਸਰਕਾਰ ਵੱਲ ਵੀ ਕਰਨਾ ਪਊਗਾ, ਕਿਉਂਕਿ ਜੋ ਪੰਜਾਬ ਵਿੱਚ ਬੇਰੁਜ਼ਗਾਰਾਂ ਨਾਲ ਧੱਕਾ ਸਰਕਾਰ ਕਰ ਰਹੀ ਆ ਉਹ ਨਾ ਸਹਿਣਯੋਗ ਆ। ਕਿ ਕਿਸੇ ਸਰਕਾਰ ਆਪਣੀਆਂ ਜਿਵੇਂ ਪਰਸੋਂ ਕੈਬਨਿਟ ਦੀ ਮੀਟਿੰਗ ਹੋਈ, 50,000 ਨੌਕਰੀਆਂ ਕਹਿ ਦਿੱਤੀਆਂ ਕਿ 50,000 ਨੌਕਰੀਆਂ ਦੇਵਾਂਗੇ। ਅੱਗੇ ਲੱਖ ਸੀ, ਹੁਣ 50,000 ਰਹਿ ਗਈ। ਅਗਲੀ ਕੈਬਨਿਟ ਮੀਟਿੰਗ 'ਚ ਹੋ ਸਕਦਾ ਉਹ 20-25,000 ਹੀ ਰਹਿ ਜਾਵੇ, ਤੇ ਦੇਣੀਆਂ ਕਿਸੇ ਨੂੰ ਨਹੀਂ। ਬਸ ਸਮੇਂ-ਸਮੇਂ 'ਤੇ ਸਰਕਾਰ ਲਾਰੇ ਲਾ ਕੇ ਟਾਈਮ ਟਪਾ ਰਹੀ ਆ, ਟਾਈਮ ਟਪਾਊ ਨੀਤੀ ਅਪਣਾ ਰਹੀ ਆ। ਸਾਥੀਓ ਜੇ ਸਰਕਾਰ ਨੇ ਪਹਿਲਾਂ ਜੋ ਕਿਹਾ ਸੀ ਅਸੀਂ ਘਰ ਘਰ ਨੌਕਰੀ, ਹੁਣ 50,000 ਨੌਕਰੀ, ਕੀ ਅੱਜ ਪੰਜਾਬ 'ਚ ਕੀ 50,000 ਹੀ ਘਰ ਰਹਿ ਗਏ ਆ? ਇਹ ਕਿਤੇ ਨਾ ਕਿਤੇ ਸਰਕਾਰ ਸਾਨੂੰ ਮੂਰਖ ਬਣਾ ਰਹੀ ਆ। ਤੇ ਸਾਥੀਓ ਜਿਵੇਂ ਇੱਕ ਬੱਚੇ ਦੇ ਜ਼ਬਾਨ 'ਚੋਂ ਕੁਛ ਨਿਕਲ ਜੇ ਕਿ ਮੈਂ ਆਹ ਚੀਜ਼ ਲੈਣੀ ਆ, ਤੇ ਉਹਦੀ ਉਸ ਨੂੰ ਪਾਉਣ ਲਈ ਬੱਚੇ ਦੀ ਜਿੱਦ ਹੁੰਦੀ ਆ ਕਿ ਉਹਨੇ ਕਦੀ ਇਹ ਨਹੀਂ ਵੇਖਿਆ ਕਿ ਮੇਰੇ ਮਾਂ-ਬਾਪ ਇਸ ਨੂੰ ਅਫੋਰਡ ਕਰ ਸਕਦੇ ਆ ਜੇ ਨਹੀਂ ਕਰ ਸਕਦੇ, ਉਹ ਉਸ ਜਿੱਦ ਨੂੰ ਪੁਗਾਉਂਦਾ ਜ਼ਰੂਰ ਆ। ਸਾਥੀਓ ਜੇ ਆਪਣੇ ਮੂੰਹ 'ਚੋਂ ਵੀ ਨਿਕਲੀ ਆ
ਚਾਹੇ ਸਰਕਾਰ ਦੇ ਮੂੰਹ ਚੋਂ ਵੀ ਨਿਕਲੀ ਆ, ਆਪਾਂ ਸਰਕਾਰ ਦੇ ਮੂੰਹ ਚੋਂ ਨਿਕਲੀ ਵੀ ਉਹਦੇ ਮੂੰਹ 'ਚ ਵਾਪਸ ਨਹੀਂ ਪੈਣ ਦੇਣੀ, ਉਹਨੂੰ ਉਸ ਚੀਜ਼ ਤੇ ਪਗਾਉਣਾ ਪਊਗਾ। ਤੇ ਜੇ ਆਪਣੇ ਮੂੰਹ ਚੋਂ ਨਿਕਲਿਆ ਕਿ ਆਪਾਂ ਨੌਕਰੀ ਲੈਣੀ ਆ ਤੇ ਆਪਾਂ ਬੱਚਿਆਂ ਵਾਲੀ ਜਿੱਦ ਕਰਕੇ ਨੌਕਰੀ ਲੈਣੀ ਆ, ਉਹਦੇ ਲਈ ਭਲਾ ਸਾਨੂੰ ਡਾਂਗਾ ਮਾਰ ਲਓ, ਭਲਾ ਸਾਨੂੰ ਜੇਲ੍ਹਾਂ 'ਚ ਡੱਕ ਲਓ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ, ਪਰ ਸਾਨੂੰ ਸਾਡਾ ਹੱਕ ਚਾਹੀਦਾ। ਜੇਕਰ ਸਾਡੇ ਹੱਕ ਤੇ ਡਾਕਾ ਮਾਰਿਆ ਜਾਊਗਾ ਤਾਂ ਅਸੀਂ ਉਹਦੇ ਵਿਰੁੱਧ ਆਵਾਜ਼ ਵੀ ਉਠਾਵਾਂਗੇ, ਉਹਦੇ ਵਿਰੁੱਧ ਲੜਾਂਗੇ ਵੀ। ਸਾਥੀਓ, ਜ਼ਿਆਦਾ ਸਮਾਂ ਮੈਂ ਵੀ ਨਹੀਂ ਦਿੰਦਾ, ਬਸ ਇੰਨੀ ਅਪੀਲ ਦੁਬਾਰਾ ਫਿਰ ਕਰਨਾ ਚਾਹੂੰਗਾ ਕਿ ਸਾਥੀਓ, ਜਿਹੜੀ 3 ਤਰੀਕ ਆ, 3 ਜਨਵਰੀ, ਉਹ ਆਪਣੇ ਹੱਕਾਂ ਲਈ, ਆਪਣੇ ਵਜੂਦ ਲਈ ਘਰਾਂ 'ਚੋਂ ਬਾਹਰ ਨਿਕਲੋ। ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਸਾਰੇ ਆਪਣਾ ਫਰਜ਼ ਸਮਝਦੇ ਹੋਏ ਉੱਥੇ ਪਹੁੰਚੋ, ਕਿ ਕਿਸੇ ਨੂੰ ਇਹ ਨਾ ਹੋਵੇ ਕਿ ਸਾਨੂੰ ਵੱਖਰੇ ਤੌਰ 'ਤੇ ਫੋਨ ਨਹੀਂ ਆਇਆ, ਸਾਨੂੰ ਕਾਲ ਨਹੀਂ ਆਈ ਕਿਸੇ ਦੀ। ਕਾਲ ਸਾਡੀ ਸਾਰੇ ਪੰਜਾਬ ਨੂੰ ਆ, ਜਿਹੜੇ ETT ਕਰ ਚੁੱਕੇ ਆ, ਜਿਨ੍ਹਾਂ ਦਾ ਟੈਟ ਕਲੀਅਰ ਨਹੀਂ ਵੀ ਹੋਇਆ, ਜਿਹੜੇ ETT ਕਰ ਰਹੇ ਆ, ਉਹਨਾਂ ਸਾਥੀਆਂ ਨੂੰ ਵੀ ਅਪੀਲ ਆ ਕਿ ਤੁਸੀਂ ਵੀ ਆਪਣੇ ਨਾਲ ਸਾਥੀ ਲੈ ਕੇ ਐਤਵਾਰ 3 ਜਨਵਰੀ 2021 ਨੂੰ ਪਟਿਆਲੇ ਜ਼ਰੂਰ ਪਹੁੰਚੋ। ਕਿਉਂਕਿ ਸਾਥੀਓ, ਜੋ ਤੁਸੀਂ ETT ਕਰ ਰਹੇ ਹੋ ਜਾਂ ETT ਕਰ ਚੁੱਕੇ ਉਹਨਾਂ ਦਾ ਟੈਟ ਕਲੀਅਰ ਨਹੀਂ ਹੋ ਗਿਆ, ਉਹਨਾਂ ਦਾ ਫਿਊਚਰ ਵੀ ਖਤਰੇ ਵਿੱਚ ਹੈ। ਤੇ ਕਿਤੇ ਨਾ ਕਿਤੇ ਸਰਕਾਰ ETT ਦਾ ਵਜੂਦ ਖਤਮ ਕਰਨਾ ਚਾਹੁੰਦੀ ਆ, ਜਿੰਦੀ ਲੜਾਈ ਆਪਾਂ ਨੂੰ ਲੜਨੀ ਪਊਗੀ। ਸਾਥੀਓ, ਕਾਫਲਾ ਇੰਨਾ ਹੋਵੇ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਾਉਣ ਲਈ ਸਿਰਫ ਇੱਕ ਹੌਲੀ ਜਿਹੀ ਬੋਲਿਆ ਸ਼ਬਦ ਵੀ ਕਾਫਲੇ ਦਾ ਏਡੀ ਉੱਚੀ ਹੋ ਜਾਵੇ ਕਿ ਕਿਸੇ ਮਾਈਕ ਜਾਂ ਸਪੀਕਰ ਦੀ ਲੋੜ ਨਾ ਪਵੇ ਮਹਿਲਾਂ ਤੱਕ ਆਵਾਜ਼ ਪਹੁੰਚਾਉਣ ਲਈ। ਤਾਂ ਸਾਥੀਓ, ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਉਮੀਦ ਵਿੱਚ ਅਸੀਂ 3 ਤਰੀਕ ਨੂੰ ਪਟਿਆਲੇ ਸਾਰੇ ਪਹੁੰਚੋ, ਤਾਂ ਜੋ ਆਪਾਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਲੜ ਸਕੀਏ ਤੇ ਆਪਣੇ ਬਣਦੇ ਹੱਕ ਪ੍ਰਾਪਤ ਕਰ ਸਕੀਏ। ਬਾਕੀ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਤੇ ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।